8ਵੇਂ ਹਫ਼ਤੇ ਵਿੱਚ ਤੁਹਾਡਾ ਸਵਾਗਤ ਹੈ। ਇਹ ਪਹਿਲਾ ਲੈਕਚਰ ਹੈ। ਸਾਡਾ ਕੈਨੋਨੀਕਲ ਆਈਡੀਆ ਕਿ ਇੱਕ ਵੇਵ ਕੀ ਹੈ। ਅਸਲ ਵਿੱਚ ਇੱਕ ਮਕੈਨੀਕਲ ਡਿਸਟਰਬੈਂਸ ਹੈ। ਪਰ ਜਦੋਂ ਡਿਸਟਰਬੈਂਸ ਆਪਣੇ ਆਪ ਇੱਕ ਦਿਸ਼ਾ ਵਿੱਚ ਅੱਗੇ ਵਧਦੀ ਹੈ, ਅਪ ਅਤੇ ਡਾਊਨ ਮੋਸ਼ਨ ਉਸ ਦੇ ਪਰਪੈਂਡੀਕਿਊਲਰ ਹੁੰਦਾ ਹੈ। ਜਦੋਂ ਕਿ ਜੋ ਤੁਸੀਂ ਵੇਵ ਦੇ ਰੂਪ ਵਿੱਚ ਦੇਖਦੇ ਹੋ, ਫੇਜ਼ ਡਿਸਟਰਬੈਂਸ ਇੱਕ ਦਿਸ਼ਾ ਵਿੱਚ ਟਰੈਵਲ ਕਰਦੀ ਹੈ ਜੋ ਉਸ ਅਪ ਅਤੇ ਡਾਊਨ ਮੋਸ਼ਨ ਦੇ ਪਰਪੈਂਡੀਕਿਊਲਰ ਹੈ। ਇੱਥੇ ਇੱਕ ਓਸੀਲੇਟਰੀ ਮੋਸ਼ਨ ਹੈ, ਜੋ ਕਿ ਕੁਝ ਇਕਵਿਲਿਬਰੀਅਮ ਪੋਜੀਸ਼ਨ ਬਾਰੇ ਹੈ। ਅਤੇ ਫਿਰ ਅਸੀਂ ਇੱਕ ਵੇਵ ਦੇਖਦੇ ਹਾਂ, ਡਿਸਟਰਬੈਂਸ ਜੋ ਇੱਕ ਡਾਇਰੈਕਸ਼ਨ ਵਿੱਚ ਪ੍ਰਸਾਰਿਤ ਹੋ ਰਹੀ ਹੈ ਜੋ ਉਸ ਦਿਸ਼ਾ ਦੇ ਪਰਪੈਂਡੀਕਿਊਲਰ ਹੈ ਜਿਸ ਵਿੱਚ ਸਿੰਪਲ ਹਾਰਮੋਨਿਕ ਓਸੀਲੇਸ਼ਨ ਹੋ ਰਿਹਾ ਹੈ। ਇਸ ਨੂੰ ਟਰਾਂਸਵਰਸ ਵੇਵਜ਼ ਕਿਹਾ ਜਾਵੇਗਾ, ਕਿਉਂਕਿ ਪ੍ਰੋਪੇਗੇਸ਼ਨ ਦੀ ਡਾਇਰੈਕਸ਼ਨ ਅਪ ਅਤੇ ਡਾਊਨ ਮੋਸ਼ਨ ਦੀ ਡਾਇਰੈਕਸ਼ਨ ਤੋਂ ਟਰਾਂਸਵਰਸ ਹੈ। ਤਾਂ ਦੂਜੇ ਪਾਸੇ ਅੱਜ ਅਸੀਂ ਲੌਂਗੀਟਿਊਡਿਨਲ ਵੇਵਜ਼ ਨੂੰ ਦੇਖ ਕੇ ਸ਼ੁਰੂਆਤ ਕਰਾਂਗੇ। ਮੰਨ ਲਓ ਕਿ ਮੇਰੇ ਕੋਲ ਇਸ ਵੋਲਿਊਮ ਵਿੱਚ ਹਵਾ ਦਾ ਇੱਕ ਸਮਾਲ ਪਾਰਸਲ ਹੈ, ਅਤੇ ਜਦੋਂ ਤੁਸੀਂ ਇਸ ਨੂੰ ਥੋੜਾ ਜਿਹਾ ਡਿਸਪਲੇਸ ਕਰਦੇ ਹੋ ਤਾਂ ਮੇਰਾ ਮਤਲਬ ਹੈ ਕਿ ਤੁਸੀਂ ਬਹੁਤ ਸਾਰੇ ਵੱਖ-ਵੱਖ ਤਰੀਕਿਆਂ ਨਾਲ ਹਵਾ ਦੇ ਇੱਕ ਸਮਾਲ ਪਾਰਸਲ ਨੂੰ ਬਹੁਤ ਆਸਾਨੀ ਨਾਲ ਡਿਸਪਲੇਸ ਕਰ ਸਕਦੇ ਹੋ। ਬਸ ਆਪਣੇ ਹੱਥ ਨੂੰ ਹਵਾ ਵਿੱਚ ਇਸ ਤਰ੍ਹਾਂ ਤੱਕੋ ਤੁਸੀਂ ਅਜਿਹਾ ਕੀਤਾ ਹੋਵੇਗਾ ਜਾਂ ਸ਼ੋਰ ਮਚਾਓ ਤੁਸੀਂ ਅਜਿਹਾ ਕੀਤਾ ਹੋਵੇਗਾ। ਅਜਿਹਾ ਕਰਨ ਦੇ ਬਹੁਤ ਸਾਰੇ ਤਰੀਕੇ ਹਨ। ਇਸ ਲਈ ਤੁਸੀਂ ਹਵਾ ਦੇ ਇਸ ਸਮਾਲ ਪਾਰਸਲ ਨੂੰ ਤੱਕਦੇ ਹੋ, ਇਹ ਥੋੜਾ ਜਿਹਾ ਹਿੱਲੇਗਾ। ਮੰਨ ਲਓ ਇਸ ਸਾਈਡ ਤੇ, ਅਤੇ ਜਿਵੇਂ-ਜਿਵੇਂ ਇਹ ਮੂਵ ਕਰਦਾ ਹੈ, ਵੋਲਿਊਮ ਬਦਲਣ ਵਾਲਾ ਹੈ। ਇਸ ਪਾਰਸਲ ਦਾ ਵੋਲਿਊਮ ਬਦਲ ਜਾਵੇਗਾ। ਅਤੇ ਜਦੋਂ ਇਹ ਸਭ ਕੁਝ ਹੋ ਰਿਹਾ ਹੈ ਤਾਂ ਇਹ ਅਗਲੇ ਪਾਰਸਲ ਨੂੰ ਵੀ ਡਿਸਟਰਬ ਕਰਨ ਜਾ ਰਿਹਾ ਹੈ ਜੋ ਸ਼ਾਇਦ ਇੱਥੇ ਕਿਤੇ ਹੈ। ਇਸ ਲਈ ਸਮੁੱਚੇ ਤੌਰ ਤੇ ਇਹ ਡਿਸਟਰਬੈਂਸ ਇਸ ਡਾਇਰੈਕਸ਼ਨ ਵਿੱਚ ਵੱਧ ਸਕਦੀ ਹੈ। ਮੈਂ ਇੱਕ ਸਮਾਲ ਆਰਬਿਟਰੇਰੀਲੀ ਵੋਲਿਊਮ ਹਵਾ ਦਾ ਪਾਰਸਲ ਲਵਾਂਗਾ ਅਤੇ ਮੈਂ ਮੰਨ ਲੈਂਦਾ ਹਾਂ ਕਿ ਇੱਥੇ ਇਹ ਪੁਆਇੰਟ x1 ਹੈ ਅਤੇ ਇੱਥੇ ਇਹ ਪੁਆਇੰਟ x2 ਹੈ ਅਤੇ ਮੈਂ ਇਹ ਮੰਨ ਲੈਂਦਾ ਹਾਂ ਕਿ ਕਰੋਸ ਸੈਕਸ਼ਨ ਦਾ ਇਹ ਏਰੀਆ ਇਹ ਹੈ। ਤਾਂ ਹਵਾ ਦਾ ਇੱਕ ਸਮਾਲ ਪਾਰਸਲ ਆਪਣੇ ਆਲੇ-ਦੁਆਲੇ ਦੀ ਬਾਕੀ ਹਵਾ ਦੇ ਨਾਲ ਸੰਤੁਲਨ ਵਿੱਚ ਹੈ। ਇਸ ਲਈ ਇਹ ਸਟੇਟਮੈਂਟ ਹੈ। ਜੇਕਰ ਤੁਸੀਂ ਸਟ੍ਰਿੰਗ ਦੇ ਆਪਣੇ ਵਿਚਾਰ ਤੇ ਵਾਪਸ ਜਾਂਦੇ ਹੋ, ਤਾਂ ਸਮਾਨ ਗੱਲ ਇਹ ਹੈ ਕਿ ਸਟ੍ਰਿੰਗ ਨੂੰ ਦੋ ਰਿਜਿਡ ਸਪੋਰਟ ਦੇ ਵਿਚਕਾਰ ਕੱਸ ਕੇ ਰੱਖਿਆ ਜਾਂਦਾ ਹੈ, ਅਤੇ ਇਸ ਨਾਲ ਕੁਝ ਨਹੀਂ ਹੁੰਦਾ ਹੈ। ਇਸ ਅਰਥ ਵਿੱਚ ਕਿ ਤੁਸੀਂ ਇਸ ਨੂੰ ਇੱਕ ਪਾਸੇ ਖਿੱਚ ਕੇ ਐਕਸਾਈਟਡ ਕੀਤਾ ਹੈ ਅਤੇ ਇਸੇ ਤਰ੍ਹਾਂ ਅੱਗੇ ਵੀ। ਇਹ ਇਸ ਦੀ ਇਕਵਿਲਿਬਰੀਅਮ ਕੌਨਫਿਗਰੇਸ਼ਨ ਹੈ। ਮੈਂ ਇਸ ਨੂੰ ਕੇਵਲ ਓਰੀਜਿਨਲ ਵੋਲਿਊਮ ਕਹਿ ਰਿਹਾ ਹਾਂ ਕਿਉਂਕਿ ਮੈਂ ਜਲਦੀ ਹੀ ਇੱਕ ਅਜਿਹੇ ਵੋਲਿਊਮ ਤੇ ਵਿਚਾਰ ਕਰਨ ਜਾ ਰਿਹਾ ਹਾਂ ਜੋ ਇਸ ਸਿਚੁਏਸ਼ਨ ਤੋਂ ਥੋੜਾ ਜਿਹਾ ਡਿਫੋਰਮਡ ਹੈ। ਇਸ ਲਈ ਸਪਸ਼ਟ ਤੌਰ ਤੇ ਇਹ ਵੋਲਿਊਮ A ਮਲਟੀਪਲਾਈਡ ਬਾਏ x2 ਮਾਈਨਸ x1, ਅਤੇ ਇਸ ਨਾਲ ਇਹ ਲਿਖਣਾ ਵੀ ਆਸਾਨ ਹੈ ਕਿ ਗੈਸ ਦੇ ਇਸ ਪਾਰਸਲ ਦਾ ਪੁੰਜ ਕਿੰਨਾ ਹੈ, ਕੇਵਲ ਇਕੁਅਲ ਟੂ ਰੋ ਹੋਵੇਗਾ, ਜੋ ਡੈਂਸਿਟੀ ਆਫ ਗੈਸ ਮਲਟੀਪਲਾਈਡ ਬਾਏ ਵੋਲਿਊਮ ਹੋਵੇਗਾ, ਅਤੇ ਵੋਲਿਊਮ A ਇਨਟੂ x2 ਮਾਈਨਸ x1 ਹੈ। ਮੈਂ ਇਸ ਨੂੰ m ਕਹਿੰਦਾ ਹਾਂ। ਜਦੋਂ ਗੈਸ ਦਾ ਇਹ ਪਾਰਸਲ ਡਿਸਪਲੇਸ ਹੋ ਜਾਂਦਾ ਹੈ, ਇਹ ਉਹ ਚਿੱਤਰ ਹੈ ਜੋ ਸਾਡੇ ਕੋਲ ਹੋਵੇਗਾ। ਮੈਂ ਇਸ ਨੂੰ ਪਹਿਲਾਂ ਹੀ ਤੁਹਾਡੇ ਲਈ ਇੱਥੇ ਡਰਾ ਕੀਤਾ ਹੈ। ਉਹ ਪੁਆਇੰਟ ਜੋ ਪਹਿਲਾਂ ਪੋਜੀਸ਼ਨ x1 ਤੇ ਸੀ, ਇੱਕ ਡਿਸਟੈਂਸ y1 ਦੁਆਰਾ ਅੱਗੇ ਵਧਿਆ ਹੈ। ਇਸ ਲਈ ਨਵਾਂ ਕੋਆਰਡੀਨੇਟ x1 ਪਲੱਸ y1 ਹੈ, ਜੋ ਕਿ ਮੂਲ ਰੂਪ ਵਿੱਚ ਪੁਆਇੰਟਸ ਜਾਂ ਫੇਜ਼ ਦੇ ਅਨੁਸਾਰੀ ਹੈ, ਜੋ x2 ਤੇ ਸੀ, ਜੋ ਕਿ ਇਹ ਹੈ। ਹੁਣ y2 ਦੇ ਡਿਸਟੈਂਸ ਨਾਲ ਮੂਵ ਹੋਇਆ ਹੈ। ਇਸ ਲਈ ਉਸ ਫੇਜ਼ ਦਾ ਨਵਾਂ ਪੁਆਇੰਟ ਜਾਂ ਨਵਾਂ ਕੋਆਰਡੀਨੇਟ ਹੁਣ x2 ਪਲੱਸ y2 ਹੈ। ਅਸੀਂ ਇਹ ਮੰਨਦੇ ਹਾਂ ਕਿ ਇੱਕ ਹੋਰੀਜ਼ੋਂਟਲ ਡਾਇਰੈਕਸ਼ਨ ਤੋਂ ਇਲਾਵਾ ਕਿਸੇ ਹੋਰ ਡਾਇਰੈਕਸ਼ਨ ਵਿੱਚ ਕੋਈ ਨੈਟ ਡਿਸਪਲੇਸਮੈਂਟ ਨਹੀਂ ਹੈ। ਨਾ ਸਿਰਫ ਇਹ ਮੂਵ ਹੋ ਗਿਆ ਹੈ ਬਲਕਿ ਇਸ ਦਾ ਵੋਲਿਊਮ ਵੀ ਬਦਲ ਗਿਆ ਹੈ। ਇਸ ਲਈ ਸਾਨੂੰ ਨਵਾਂ ਵੋਲਿਊਮ ਪਤਾ ਕਰਨ ਦੀ ਲੋੜ ਹੈ। ਤਾਂ ਮੈਂ ਇਸ ਨੂੰ ਵੀ ਪਲੱਸ ਡੈਲਟਾ V ਅਤੇ ਹਵਾ ਦੇ ਪਾਰਸਲ ਦੇ ਓਰੀਜਿਨਲ ਵੋਲਿਊਮ ਨੂੰ ਮੰਨ ਲੈਂਦਾ ਹਾਂ। ਅਸੀਂ ਇਸ ਨੂੰ ਇੱਕ ਨਾਮ ਦਿੰਦੇ ਹਾਂ, ਇਸ ਨੂੰ ਵੀ ਕਹਿੰਦੇ ਹਾਂ। ਤਾਂ ਵੋਲਿਊਮ ਵਿੱਚ ਬਦਲਾਅ ਡੈਲਟਾ V ਹੈ। ਹੁਣ ਇਹ ਨਵਾਂ ਵੋਲਿਊਮ
A into x2 plus y2 minus x1 minus y1 ਹੋਵੇਗਾ ਅਤੇ ਇਸ ਨੂੰ A into x2 minus x1 plus A into y2 minus y1 ਦੇ ਰੂਪ ਵਿੱਚ ਲਿਖਿਆ ਜਾ ਸਕਦਾ ਹੈ AB plus A into y2 minus y1 ਹੋਵੇਗਾ ਅਤੇ ਵੀ ਖੱਬੇ ਪਾਸੇ ਅਤੇ ਸੱਜੇ ਪਾਸੇ ਕੈਂਸਲ ਹੋ ਜਾਣਗੇ ਮੇਰੇ ਕੋਲ ਵੋਲਿਊਮ ਵਿੱਚ ਤਬਦੀਲੀ ਲਈ ਇੱਕ ਐਕਸਪ੍ਰੈਸ਼ਨ ਰਹਿ ਜਾਵੇਗਾ ਵੋਲਿਊਮ ਵਿੱਚ ਤਬਦੀਲੀ A into y2 minus y1 ਹੈ ਇਹ ਮੈਨੂੰ ਦੱਸਦਾ ਹੈ ਕਿ ਵੋਲਿਊਮ ਕਿੰਨਾ ਬਦਲਿਆ ਹੈ ਅਸੀਂ ਗੈਸ ਨਾਲ ਕੰਮ ਰਹੇ ਹਾਂ ਜਦੋਂ ਵੋਲਿਊਮ ਬਦਲਦਾ ਹੈ ਤਾਂ ਪ੍ਰੈਸ਼ਰ ਵਿੱਚ ਵੀ ਬਦਲਾਅ ਹੋਵੇਗਾ ਤਾਂ ਮੈਂ ਪ੍ਰੈਸ਼ਰ ਵਿੱਚ ਇਸ ਤਬਦੀਲੀ ਨੂੰ ਵੋਲਿਊਮ ਵਿੱਚ ਤਬਦੀਲੀ ਨਾਲ ਸੰਬੰਧਿਤ ਕਰਨ ਜਾ ਰਿਹਾ ਹਾਂ ਮੇਰਾ ਇਸ ਤਰ੍ਹਾਂ ਦਾ ਰਿਲੇਸ਼ਨ ਹੋਵੇਗਾ ਜਿਵੇਂ ਪ੍ਰੈਸ਼ਰ ਵਿੱਚ ਇਹ ਤਬਦੀਲੀ ਵੋਲਿਊਮ ਵਿੱਚ ਫ੍ਰੈਕਸ਼ਨਲ ਤਬਦੀਲੀ ਦੇ ਅਨੁਪਾਤੀ ਹੋਵੇਗੀ ਅਤੇ ਕਿਉਂਕਿ ਉਹ ਇਸ ਅਰਥ ਵਿੱਚ ਵਿਪਰੀਤ ਤੌਰ ਤੇ ਸੰਬੰਧਿਤ ਹਨ ਕਿ ਵੋਲਿਊਮ ਵਿੱਚ ਵਾਧਾ ਪ੍ਰੈਸ਼ਰ ਵਿੱਚ ਕਮੀ ਦੇ ਅਨੁਰੂਪ ਹੈ ਅਤੇ ਇਸ ਦੇ ਵਿਪਰੀਤ ਤੁਹਾਨੂੰ ਇੱਕ ਮਾਈਨਸ ਸਾਈਨ ਦੀ ਲੋੜ ਹੋਵੇਗੀ ਅਤੇ ਬੇਸ਼ੱਕ ਅਸੀਂ ਇਸ ਪ੍ਰਪੋਰਸ਼ਨੈਲਿਟੀ ਨੂੰ ਇੱਕ ਇਕੁਆਲਿਟੀ ਨਾਲ ਬਦਲ ਸਕਦੇ ਹਾਂ ਇਸ ਲਈ ਤੁਸੀਂ ਕਹਿ ਸਕਦੇ ਹੋ ਕਿ ਮੈਂ ਇਸ ਨੂੰ P ਲਿਖਦਾ ਹਾਂ ਪ੍ਰੈਸ਼ਰ ਵਿੱਚ ਤਬਦੀਲੀ ਇਕੁਅਲ ਟੂ ਮਾਈਨਸ K ਟਾਈਮਸ ਡੈਲਟਾ V ਬਾਏ V ਹੈ ਇਹ ਕੁਆਂਟਿਟੀ K ਦਰਅਸਲ ਇੱਕ ਕੌਨਸਟੈਂਟ ਹੈ ਇਸ ਨੂੰ ਬਲਕ ਮੋਡੂਲਸਸ ਕਿਹਾ ਜਾਂਦਾ ਹੈ ਜਾਂ ਦੂਜੇ ਸ਼ਬਦਾਂ ਵਿੱਚ ਇਸ ਨੂੰ ਇਲਾਸਟਿਸਿਟੀ ਦੇ ਵੋਲਿਊਮੈਟ੍ਰਿਕ ਮੋਡੂਲਸਸ ਕਿਹਾ ਜਾਵੇਗਾ ਹੁਣ ਅਸੀਂ ਆਪਣੇ ਹਵਾ ਦੇ ਪਾਰਸਲ ਲਈ ਇਸ P ਦਾ ਅਨੁਮਾਨ ਲਗਾ ਸਕਦੇ ਹਾਂ ਕਿਉਂਕਿ P ਕੇਵਲ ਇਕੁਅਲ ਟੂ ਮਾਈਨਸ K ਟਾਈਮਸ ਵੋਲਿਊਮ ਵਿੱਚ ਤਬਦੀਲੀ ਬਾਏ ਓਰੀਜਨਲ ਵੋਲਿਊਮ ਹੈ ਅਤੇ ਸਾਨੂੰ ਇਹਨਾਂ ਦੋਨੋਂ ਕੁਆਂਟੀਟੀਜ਼ ਪਤਾ ਹਨ ਵੋਲਿਊਮ ਵਿੱਚ ਤਬਦੀਲੀ A into y2 minus y1 divided by original volume A into x2 minus x1 ਹੈ ਤਾਂ ਇਸ ਦਾ ਮਤਲਬ ਹੈ ਕਿ ਆਪਣੇ ਵਿਸ਼ਲੇਸ਼ਣ ਲਈ ਜਿਸ ਹਵਾ ਦੇ ਪਾਰਸਲ ਜਿਸ ਬਾਰੇ ਅਸੀਂ ਵਿਚਾਰ ਕਰ ਰਹੇ ਹਾਂ ਇਨਫਿਨਿਟੈਸੀਮਲੀ ਤਰੀਕੇ ਨਾਲ ਛੋਟਾ ਹੈ ਉਸ ਲਿਮਿਟ ਵਿੱਚ AP equal to minus K into dou y by dou x ਹੋਵੇਗਾ ਤਾਂ ਸਾਡੇ ਕੋਲ ਇੱਥੇ ਇੱਕ ਇਕੁਏਸ਼ਨ ਹੈ ਜੋ ਡਿਸਪਲੇਸਮੈਂਟ ਦੇ ਗ੍ਰੇਡੀਐਂਟ ਵਿੱਚ ਪ੍ਰੈਸ਼ਰ ਤਬਦੀਲੀਆਂ ਨਾਲ ਸੰਬੰਧਿਤ ਹੈ ਹੁਣ ਜੇਕਰ ਤੁਸੀਂ ਇਸ ਚਿੱਤਰ ਤੇ ਵਾਪਸ ਜਾਂਦੇ ਹੋ ਜੋ ਅਸੀਂ ਹਵਾ ਦੇ ਇਸ ਪਾਰਸਲ ਨਾਲ ਸ਼ੁਰੂ ਕੀਤਾ ਸੀ ਜੋ ਸੰਤੁਲਨ ਵਿੱਚ ਸੀ ਡਿਸਪਲੇਸ ਹੋ ਗਿਆ ਸੀ ਕਿਉਂਕਿ ਸਪਸ਼ਟ ਤੌਰ ਤੇ ਇੱਥੇ ਇੱਕ ਨੈਟ ਫੋਰਸ ਹੈ ਜੋ ਹਵਾ ਦੇ ਇਸ ਪਾਰਸਲ ਤੇ ਕੰਮ ਕਰਦਾ ਹੈ ਜਿਸਨੇ ਇਸ ਨੂੰ ਇੱਕ ਪਾਸੇ ਧੱਕ ਦਿੱਤਾ ਹੈ ਤਾਂ ਆਓ ਅਸੀਂ ਇਹ ਮੰਨ ਲਈਏ ਕਿ ਪੁਆਇੰਟ x1 ਤੇ ਹਵਾ ਦੇ ਇਸ ਪਾਰਸਲ ਦਾ ਫੇਜ਼ ਇੱਥੇ ਇਹ ਕਰੋਸ ਸੈਕਸ਼ਨ ਇੱਕ ਪ੍ਰੈਸ਼ਰ ਦਾ ਅਨੁਭਵ ਕਰਦਾ ਹੈ ਜੋ ਕੁਝ ਐਵਰੇਜ ਪ੍ਰੈਸ਼ਰ ਪਲਸ P1 ਹੈ ਅਤੇ ਇੱਥੇ ਐਵਰੇਜ ਪ੍ਰੈਸ਼ਰ ਇਸ ਕੇਸ ਵਿੱਚ ਕੇਵਲ ਵਾਯੂਮੰਡਲ ਦਾ ਦਬਾਅ ਹੋਵੇਗਾ ਕਿਉਂਕਿ ਕਿਸੇ ਹੋਰ ਫੋਰਸਿੰਗ ਮਕੈਨਿਜ਼ਮ ਦੀ ਅਣਹੋਂਦ ਵਿੱਚ ਵਾਯੂਮੰਡਲ ਦਾ ਦਬਾਅ ਹਮੇਸ਼ਾ ਹੁੰਦਾ ਹੈ ਇਹਨਾਂ ਦੋਵਾਂ ਫੇਜ਼ਸ ਤੇ ਦਬਾਅ ਬਰਾਬਰ ਨਹੀਂ ਹੁੰਦਾ ਅਤੇ ਸਪਸ਼ਟ ਤੌਰ ਤੇ ਹਵਾ ਦੇ ਇਸ ਪਾਰਸਲ ਤੇ ਕੰਮ ਕਰਨ ਵਾਲਾ ਨੈਟ ਪ੍ਰੈਸ਼ਰ ਹੋਣ ਜਾ ਰਿਹਾ ਹੈ ਅਤੇ ਜੇਕਰ ਤੁਸੀਂ ਉਸ ਨੈਟ ਪ੍ਰੈਸ਼ਰ ਨੂੰ ਕਰੋਸ ਸੈਕਸ਼ਨ ਦੇ ਏਰੀਆ ਨਾਲ ਮਲਟੀਪਲਾਈ ਕਰਦੇ ਹੋ ਜੋ ਅਸੀਂ ਇਹ ਮੰਨਿਆ ਹੈ ਸਾਨੂੰ ਹਵਾ ਦੇ ਇਸ ਪਾਰਸਲ ਤੇ ਕੰਮ ਕਰਨ ਵਾਲਾ ਨੈਟ ਫੋਰਸ ਮਿਲੇਗਾ ਜੋ ਅਸੀਂ ਅੱਗੇ ਕਰਨ ਜਾ ਰਹੇ ਹਾਂ ਹੁਣ ਪਾਰਸਲ ਤੇ ਨੈਟ ਫੋਰਸ ਕੇਵਲ ਦੋਨੋਂ ਕਰੋਸ ਸੈਕਸ਼ਨਲ ਏਰੀਆ ਤੋਂ ਲਾਗੂ ਕੀਤੇ ਗਏ ਫੋਰਸਸ ਵਿਚਕਾਰ ਫਰਕ ਹੈ ਇਸ ਲਈ ਹਵਾ ਦੇ ਇਸ ਪਾਰਸਲ ਦੁਆਰਾ ਅਨੁਭਵ ਕੀਤਾ ਗਿਆ ਨੈਟ ਫੋਰਸ ਐਕਸਪ੍ਰੈਸ਼ਨ ਇੱਥੇ ਹੈ ਇਹ ਕੇਵਲ ਇਹਨਾਂ ਦੋਵਾਂ ਦੇ ਵਿਚਕਾਰ ਦਾ ਅੰਤਰ ਹੈ ਅਤੇ P1 P2 ਮਲਟੀਪਲਾਈਡ ਬਾਏ ਏਰੀਆ ਆਫ ਕਰੋਸ ਸੈਕਸ਼ਨ ਹੁੰਦਾ ਹੈ ਤਾਂ ਹੁਣ ਸਾਡੇ ਕੋਲ ਉਸ ਫੋਰਸ ਲਈ ਇੱਕ ਐਕਸਪ੍ਰੈਸ਼ਨ ਹੈ ਸਾਨੂੰ ਬਸ ਇਸ ਨੂੰ ਹਵਾ ਦੇ ਇਸ ਪਾਰਸਲ ਦੇ ਮੈਸ ਟਾਈਮ ਐਕਸੇਲਰੇਸ਼ਨ ਦੇ ਬਰਾਬਰ ਕਰਨ ਦੀ ਲੋੜ ਹੈ ਬੇਸ਼ੱਕ ਇਹ ਅਤੇ ਇਹ ਕੈਂਸਲ ਹੋ ਜਾਵੇਗਾ ਸਾਡੇ ਕੋਲ ਹੋਰ ਸਾਰੀਆਂ
ਕੁਆਂਟੀਟੀਜ਼ ਰਹਿ ਗਈਆਂ ਹਨ, ਇਸ ਲਈ ਮੇਰੇ ਕੋਲ ਡੋ ਸਕੁਏਅਰ y ਬਾਏ ਡੋ t ਸਕੁਏਅਰ ਹੋਣਾ ਚਾਹੀਦਾ ਹੈ ਜੋ ਇਕੁਅਲ ਟੂ p1 ਮਾਈਨਸ p2 ਡਿਵਾਈਡਡ ਬਾਏ x2 ਮਾਈਨਸ x1 ਹੈ। ਅਤੇ ਇੱਥੇ 1 ਬਾਏ ਰੋ ਹੈ। ਆਓ ਅਸੀਂ ਲਿਮਿਟ ਲੈਂਦੇ ਹਾਂ। ਜਦੋਂ x2 ਮਾਈਨਸ x1 ਮਚ ਲੈਸ ਦੈਨ 1 ਹੁੰਦਾ ਹੈ, ਤਾਂ ਜਦੋਂ ਤੁਸੀਂ ਇਹ ਮੰਨਦੇ ਹੋ ਕਿ ਤੁਹਾਡੇ ਪਾਰਸਲ ਦੀ ਲੰਬਾਈ ਇਨਫਾਈਨਿਟੇਸੀਮਲੀ ਤੌਰ ਤੇ ਕਾਫੀ ਛੋਟੀ ਹੈ, ਤਾਂ ਇਸ ਸਾਰੀ ਇਕੁਏਸ਼ਨ ਨੂੰ ਡੋ ਸਕੁਏਅਰ y ਬਾਏ ਡੋ t ਸਕੁਏਅਰ ਦੇ ਰੂਪ ਵਿੱਚ ਦੁਬਾਰਾ ਲਿਖਿਆ ਜਾ ਸਕਦਾ ਹੈ ਜੋ ਕਿ ਇਕੁਅਲ ਟੂ ਮਾਈਨਸ ਡੋ p ਬਾਏ ਡੋ x ਹੋਵੇਗਾ, ਮਲਟੀਪਲਾਈਡ ਟੂ 1 ਬਾਏ ਰੋ। ਤਾਂ ਮੇਰੇ ਕੋਲ ਇਹ ਇਕੁਏਸ਼ਨ ਹੈ ਅਤੇ ਇੱਥੋਂ ਮੈਂ ਦੋਨੋਂ ਸਾਈਡਸ ਤੇ x ਦੇ ਸੰਬੰਧ ਵਿੱਚ ਡੈਰੀਵੇਟਿਵ ਲੈ ਸਕਦਾ ਹਾਂ। ਮੈਂ ਡੋ p ਬਾਏ ਡੋ x ਇਕੁਅਲ ਟੂ ਮਾਈਨਸ k ਇਨਟੂ ਡੋ ਸਕੁਏਅਰ y ਬਾਏ ਡੋ x ਸਕੁਏਅਰ ਪ੍ਰਾਪਤ ਕਰਾਂਗਾ। ਅਤੇ ਹੁਣ ਅਸੀਂ ਜਾਣਦੇ ਹਾਂ ਕਿ ਕੀ ਕਰਨਾ ਹੈ। ਤੁਹਾਨੂੰ ਬਸ ਇਸ ਡੋ p ਬਾਏ ਡੋ x ਨੂੰ ਇਸ ਦੁਆਰਾ ਸਬਸਟੀਟਿਊਟ ਕਰਨ ਦੀ ਲੋੜ ਹੈ। ਇਸ ਲਈ ਡੋ ਸਕੁਏਅਰ y ਬਾਏ ਡੋ t ਸਕੁਏਅਰ ਲਈ ਮੇਰਾ ਐਕਸਪ੍ਰੈਸ਼ਨ ਹੋਵੇਗਾ ਇਕੁਅਲ ਟੂ ਮਾਈਨਸ, ਬੇਸ਼ੱਕ ਮੇਰੇ ਕੋਲ ਇੱਕ ਹੋਰ ਮਾਈਨਸ ਸਾਈਨ ਹੈ ਜੋ ਇਸ ਨੂੰ ਪੋਜ਼ਿਟਿਵ ਬਣਾ ਦੇਵੇਗਾ, ਡੋ ਸਕੁਏਅਰ y ਬਾਏ ਡੋ x ਸਕੁਏਅਰ ਇਨਟੂ 1 ਬਾਏ ਰੋ। ਇਸ ਨੂੰ k ਬਾਏ ਰੋ ਟਾਈਮਸ ਡੋ ਸਕੁਏਅਰ y ਬਾਏ ਡੋ x ਸਕੁਏਅਰ ਨਾਲ ਸਰਲ ਬਣਾਇਆ ਜਾ ਸਕਦਾ ਹੈ। ਇਸ ਲਈ ਦੁਬਾਰਾ ਸਾਡੇ ਕੋਲ ਅਸਲ ਵਿੱਚ ਇੱਕ ਵੇਵ ਇਕੁਏਸ਼ਨ ਹੈ। ਅਤੇ ਇਹ ਦੇਖਦੇ ਹੋਏ ਕਿ ਇਹ ਇੱਕ ਵੇਵ ਇਕੁਏਸ਼ਨ ਹੈ, ਅਸੀਂ ਤੁਰੰਤ ਇਹ ਵੀ ਜਾਣ ਜਾਂਦੇ ਹਾਂ ਕਿ ਉਸ ਵੇਵ ਦੀ ਵੈਲੋਸਿਟੀ ਕੀ ਹੈ ਜੋ ਇਹ ਇਕੁਏਸ਼ਨ ਦਰਸਾਉਂਦੀ ਹੈ। ਆਓ ਇਸ ਨੂੰ ਤੁਰੰਤ ਕਰਦੇ ਹਾਂ। ਅਤੇ ਇਹ ਇਕੁਅਲ ਟੂ ਸਕੁਏਅਰ ਰੂਟ ਆਫ k ਬਾਏ ਰੋ ਹੈ। k ਬਲਕ ਮੋਡਿਊਲਸ ਹੈ ਅਤੇ ਰੋ ਗੈਸ ਦੀ ਡੈਂਸਿਟੀ ਹੈ। ਹੁਣ ਅਸੀਂ ਪ੍ਰੈਸ਼ਰ ਦੇ ਸੰਦਰਭ ਵਿੱਚ ਇਸ ਬਲਕ ਮੋਡਿਊਲਸ ਨੂੰ ਰਿਪਲੇਸ ਕਰਦੇ ਹਾਂ। ਇੱਥੇ ਸਟਾਰਟਿੰਗ ਪੁਆਇੰਟ ਐਡੀਆਬੈਟਿਕ ਪ੍ਰੋਸੈਸ ਦੇ ਲਈ ਆਈਡੀਅਲ ਗੈਸ ਲਾ ਹੈ। ਮੈਂ PV ਪਾਵਰ ਗਾਮਾ ਨਾਲ ਸ਼ੁਰੂ ਕਰਨ ਜਾ ਰਿਹਾ ਹਾਂ। ਗਾਮਾ ਇੱਕ ਕੋਨਸਟੈਂਟ ਹੈ। ਦੋਨੋਂ ਸਾਈਡਸ ਤੇ ਲੌਗਰਿਦਮ ਲਓ। ਸਾਡੇ ਕੋਲ log p ਪਲਸ ਗਾਮਾ log v ਇਕੁਅਲ ਟੂ log ਆਫ a ਕੋਨਸਟੈਂਟ ਹੋਵੇਗਾ। log ਆਫ a ਕੋਨਸਟੈਂਟ ਇੱਕ ਹੋਰ ਕੋਨਸਟੈਂਟ ਹੈ, ਤਾਂ ਮੈਂ ਇਸ ਨੂੰ ਕੋਨਸਟੈਂਟ ਕਹਿੰਦਾ ਹਾਂ। ਹੁਣ ਮੈਨੂੰ ਪੂਰੇ ਵਿੱਚ ਡਿਫਰੈਂਸ਼ੀਏਟ ਕਰਨ ਦਿਓ। ਜੇਕਰ ਮੈਂ ਅਜਿਹਾ ਕਰਦਾ ਹਾਂ ਤਾਂ ਜਿਸ ਕਿਸਮ ਦੇ ਰਿਲੇਸ਼ਨ ਦੀ ਮੈਨੂੰ ਲੋੜ ਹੈ ਉਹ ਹੇਠ ਲਿਖੇ ਅਨੁਸਾਰ ਹੈ ਕਿ ਜੇਕਰ ਮੈਂ d log x ਲੈਂਦਾ ਹਾਂ ਤਾਂ ਮੈਨੂੰ dx ਬਾਏ x ਪ੍ਰਾਪਤ ਹੋਵੇਗਾ। ਬੇਸ਼ੱਕ ਜੇਕਰ ਮੈਂ dx ਬਾਏ x ਨੂੰ ਇੰਟੀਗ੍ਰੇਟ ਕਰਦਾ ਹਾਂ ਜੋ ਮੈਨੂੰ log x ਦਿੰਦਾ ਹੈ, ਤਾਂ ਇਹ ਇਸ ਦੇ ਰਿਵਰਸ ਹੈ। ਮੈਂ ਪੂਰੇ ਨੂੰ ਡਿਫਰੈਂਸ਼ੀਏਟ ਜਾ ਰਿਹਾ ਹਾਂ। ਇਹ d ਆਫ log p ਪਲਸ d ਆਫ ਗਾਮਾ log v ਇਕੁਅਲ ਟੂ d ਆਫ ਕੋਨਸਟੈਂਟ ਹੋਵੇਗਾ। ਇਹ ਮੈਨੂੰ dp ਬਾਏ p ਪਲਸ ਗਾਮਾ ਦੇਣ ਜਾ ਰਿਹਾ ਹੈ। ਗਾਮਾ ਇੱਕ ਕੋਨਸਟੈਂਟ ਹੈ ਜਿਸ ਨੂੰ ਬਾਹਰ ਲਿਆ ਜਾ ਸਕਦਾ ਹੈ ਅਤੇ d ਆਫ log dv ਬਾਏ v ਹੋਵੇਗਾ। ਅਤੇ ਇੱਕ ਕੋਨਸਟੈਂਟ ਦਾ ਇੱਕ ਡਿਫਰੈਂਸ਼ੀਅਲ ਲੈਣ ਨਾਲ ਮੈਨੂੰ 0 ਮਿਲੇਗਾ। ਅਤੇ ਇਸ ਨੂੰ ਵੱਖਰੇ ਢੰਗ ਨਾਲ ਰੀਅਰੇਂਜ ਕੀਤਾ ਜਾ ਸਕਦਾ ਹੈ। m ਇਸ ਲਈ dp ਬਾਏ p ਇਕੁਅਲ ਟੂ ਮਾਈਨਸ ਗਾਮਾ ਇਨਟੂ dv ਬਾਏ v ਹੋਵੇਗਾ। ਅਤੇ ਮੈਂ ਇਸ ਨੂੰ ਹੇਠਾਂ ਦਿੱਤੇ ਤਰੀਕੇ ਨਾਲ ਵੱਖਰੇ ਢੰਗ ਨਾਲ ਲਿਖਣਾ ਚਾਹੁੰਦਾ ਹਾਂ। ਇਸ ਲਈ P change in pressure divided by dV by V। ਮੈਂ ਇਸ dV by V ਨੂੰ ਦੂਜੇ ਪਾਸੇ ਡਿਨੋਮੀਨੇਟਰ ਵਿੱਚ ਲੈ ਰਿਹਾ ਹਾਂ
ਅਤੇ ਇਹ ਇਕੁਅਲ ਟੂ ਮਾਈਨਸ ਗਾਮਾ ਟਾਈਮਸ b ਹੋਵੇਗਾ। ਹੁਣ ਜੇਕਰ ਤੁਹਾਨੂੰ ਸਪਸ਼ਟ ਤੌਰ ਤੇ ਉਹ ਕੁਆਂਟਿਟੀ ਯਾਦ ਹੈ, ਜੋ ਇੱਥੇ ਖੱਬੇ ਪਾਸੇ ਹੈ, ਇਹ ਵਾਲੀ, ਬੇਸ਼ੱਕ ਮੈਨੂੰ ਇੱਥੇ ਨੈਗੇਟਿਵ ਸਾਈਨ ਵੀ ਲੈਣਾ ਚਾਹੀਦਾ ਸੀ। ਜੇਕਰ ਮੈਂ ਕੀਤਾ ਹੁੰਦਾ ਤਾਂ ਇਹ ਬਲਕ ਮੋਡੂਲਸਸ ਦੀ ਪਰਿਭਾਸ਼ਾ ਹੈ, ਇਸ ਲਈ ਮੈਂ ਇਸਨੂੰ ਦੁਬਾਰਾ ਲਿਖਦਾ ਹਾਂ। ਤਾਂ ਬਲਕ ਮੋਡੂਲਸਸ ਮਾਈਨਸ dp ਡਿਵਾਈਡਡ ਬਾਏ ਵੋਲਿਊਮ ਵਿੱਚ ਫ੍ਰੈਕਸ਼ਨਲ ਤਬਦੀਲੀ, ਅਤੇ ਇਹ ਇਕੁਅਲ ਟੂ ਗਾਮਾ ਟਾਈਮਸ p ਹੈ। ਤਾਂ ਇਹ ਅਸੀਂ ਇੱਥੋਂ ਪ੍ਰਾਪਤ ਕਰਦੇ ਹਾਂ। ਇਸ ਲਈ ਹੁਣ ਤੁਸੀਂ ਦੇਖ ਸਕਦੇ ਹੋ ਕਿ ਅਸੀਂ ਕੀ ਪ੍ਰਾਪਤ ਕੀਤਾ ਹੈ। ਅਸੀਂ ਬਲਕ ਮੋਡੂਲਸਸ ਨੂੰ ਪ੍ਰੈਸ਼ਰ ਨਾਲ ਰਿਲੇਟ ਕਰ ਸਕਦੇ ਹਾਂ, ਅਤੇ ਇਹ ਗਾਮਾ ਦਰਅਸਲ ਸਪੈਸਿਫਿਕ ਹੀਟ ਕੌਨਸਟੈਂਟਸ ਦਾ ਅਨੁਪਾਤ ਹੈ। ਹੁਣ ਮੈਨੂੰ ਸਿਰਫ ਸਾਊਂਡ ਦੀ ਗਤੀ ਲਈ ਮੇਰੇ ਫਾਰਮੂਲੇ ਵਿੱਚ k ਨੂੰ ਵਾਪਸ ਸਬਸਟੀਟਿਊਟ ਕਰਨ ਦੀ ਲੋੜ ਹੈ। ਸਕੁਏਅਰ ਰੂਟ ਆਫ k ਬਾਏ rho ਇਕੁਅਲ ਟੂ ਸਕੁਏਅਰ ਰੂਟ ਆਫ ਗਾਮਾ p ਬਾਏ rho ਹੈ। ਤਾਂ ਇਹ ਸਾਊਂਡ ਦੀ ਗਤੀ ਲਈ ਸਟੈਂਡਰਡ ਫਾਰਮੂਲਾ ਹੈ। ਜਿਵੇਂ ਕਿ ਤੁਸੀਂ ਦੇਖ ਸਕਦੇ ਹੋ, ਜਾਂ ਘੱਟੋ ਘੱਟ ਜਿਸ ਤਰੀਕੇ ਨਾਲ ਇਹ ਪ੍ਰਗਟ ਹੁੰਦਾ ਹੈ, ਸਾਊਂਡ ਦੀ ਵੈਲੋਸਿਟੀ ਪ੍ਰੈਸ਼ਰ ਦੇ ਪ੍ਰੋਪੋਰਸ਼ਨਲ ਅਤੇ ਡੈਂਸਿਟੀ ਦੇ ਇਨਵਰਸਲੀ ਪ੍ਰੋਪੋਰਸ਼ਨਲ ਲੱਗਦੀ ਹੈ। ਹੁਣ ਜਦੋਂ ਸਾਡੇ ਕੋਲ ਸਾਊਂਡ ਦੀ ਵੈਲੋਸਿਟੀ ਲਈ ਇਹ ਐਕਸਪ੍ਰੈਸ਼ਨ ਹੈ ਤਾਂ ਸਾਨੂੰ ਸੰਖਿਆਵਾਂ ਵਿੱਚ ਰੱਖਣ ਅਤੇ ਇਹ ਦੇਖਣ ਦੇ ਯੋਗ ਹੋਣ ਦੀ ਲੋੜ ਹੈ ਕਿ ਇਹ ਉਚਿਤ ਹੈ ਜਾਂ ਨਹੀਂ, ਅਤੇ ਅਸੀਂ ਤੁਰੰਤ ਹਵਾ ਵਿੱਚ ਸਾਊਂਡ ਦੀ ਗਤੀ ਨੂੰ ਕੈਲਕੁਲੇਟ ਕਰ ਸਕਦੇ ਹਾਂ, ਕਿਉਂਕਿ ਮੈਨੂੰ ਬਸ ਇਸ ਪ੍ਰੈਸ਼ਰ ਨੂੰ ਵਾਯੂਮੰਡਲ ਦੇ ਪ੍ਰੈਸ਼ਰ ਨਾਲ ਬਦਲਣ ਦੀ ਲੋੜ ਹੈ, ਅਤੇ ਹਵਾ ਦੀ ਘਣਤਾ ਦੁਆਰਾ ਘਣਤਾ। ਇਸ ਲਈ ਸਟੈਂਡਰਡ ਟੈਂਪਰੇਚਰ ਅਤੇ ਪ੍ਰੈਸ਼ਰ ਤੇ ਹਵਾ ਵਿੱਚ ਸਾਊਂਡ ਦੀ ਗਤੀ, ਤਾਂ ਇਹ ਵੀ ਹੋਵੇਗਾ। ਮੈਂ ਇਸ ਨੂੰ ਵੀ ਸਕੁਏਅਰ ਰੂਟ ਆਫ ਗਾਮਾ ਟਾਈਮਸ p ਬਾਏ rho ਕਹਾਂਗਾ, ਅਤੇ p ਲਗਭਗ 100 ਅਤੇ 1 ਕਿਲੋ ਪਾਸਕਲ ਹੈ, ਤਾਂ ਜੋ ਪਾਸਕਲ ਦੀਆਂ ਯੂਨਿਟ ਵਿੱਚ, ਅਤੇ ਲਗਭਗ 20 ਤੋਂ 21 ਡਿਗਰੀ ਸੈਲਸੀਅਸ ਦੇ ਤਾਪਮਾਨ ਵਿੱਚ ਸਟੈਂਡਰਡ ਵਾਯੂਮੰਡਲ ਦਾ ਦਬਾਅ ਅਤੇ ਡੈਂਸਿਟੀਜ਼ 1.2 kg ਪ੍ਰਤੀ ਮੀਟਰ ਕਿਊਬ, ਅਤੇ ਗਾਮਾ ਬੇਸ਼ੱਕ ਹਵਾ ਲਈ 1.4 ਹੈ। ਹੁਣ ਜਦੋਂ ਤੁਸੀਂ ਇਹਨਾਂ ਸਾਰੀਆਂ ਸੰਖਿਆਵਾਂ ਨੂੰ ਜੋੜਦੇ ਹੋ ਤਾਂ ਪਤਾ ਲੱਗਦਾ ਹੈ ਕਿ ਵੈਲੋਸਿਟੀ ਲਗਭਗ 343.2 ਮੀਟਰਸ ਪ੍ਰਤੀ ਸੈਕਿੰਡ ਹੈ, ਅਤੇ ਇਹ ਨੰਬਰ 343.2 ਜੋ ਅਸੀਂ ਪੂਰੀ ਤਰ੍ਹਾਂ ਸਿਧਾਂਤਕ ਤੌਰ ਤੇ ਪ੍ਰਾਪਤ ਕਰਦੇ ਹਾਂ, ਪ੍ਰਯੋਗਾਤਮਕ ਤੌਰ ਤੇ ਦੇਖੇ ਜਾਣ ਵਾਲੇ ਨਾਲ ਬਹੁਤ ਵਧੀਆ ਮੇਲ ਖਾਂਦਾ ਹੈ। ਇਹ ਇੱਕ ਪ੍ਰਾਪਤੀ ਹੈ ਪੂਰੀ ਤਰ੍ਹਾਂ ਹਵਾ ਦੇ ਡਿਸਪਲੇਸਮੈਂਟ ਦੇ ਮਾਡਲਾਂ ਤੋਂ ਕੋਈ ਇੱਕ ਵੇਵ ਇਕੁਏਸ਼ਨ ਨੂੰ ਲਿਖਣ ਅਤੇ ਸਾਊਂਡ ਦੀ ਵੈਲੋਸਿਟੀ ਲਈ ਇੱਕ ਐਕਸਪ੍ਰੈਸ਼ਨ ਥਿਓਰੈਟੀਕਲ ਐਕਸਪ੍ਰੈਸ਼ਨ ਪ੍ਰਾਪਤ ਕਰਨ ਦੇ ਯੋਗ ਹੁੰਦਾ ਹੈ, ਅਤੇ ਇਸ ਦਾ ਇੱਕ ਐਕਸਪੈਰੀਮੈਂਟ ਨਾਲ ਇੱਕ ਵਧੀਆ ਐਗਰੀਮੈਂਟ ਹੁੰਦਾ ਹੈ। ਇਸ ਲਈ ਇਸ ਲੈਕਚਰ ਨੂੰ ਸਮਾਪਤ ਕਰਨ ਤੋਂ ਪਹਿਲਾਂ ਆਓ ਅਸੀਂ ਸਪੈਸੀਫਿਕ ਅਕੂਸਟਿਕ ਇੰਪੀਡੈਂਸ ਨੂੰ ਵੀ ਦੇਖੀਏ। ਤਾਂ ਕੁਆਂਟਿਟੀ ਜਿਸ ਦੀ ਸਾਨੂੰ ਅਗਲੇ ਲੈਕਚਰ ਵਿੱਚ ਲੋੜ ਪੈ ਸਕਦੀ ਹੈ, ਇਸ ਲਈ ਇੰਪੀਡੈਂਸ ਇੱਕ ਕੁਆਂਟਿਟੀ ਹੈ ਜੋ ਅਸੀਂ ਪਹਿਲਾਂ ਹੀ ਪ੍ਰਾਪਤ ਕਰ ਚੁੱਕੇ ਹਾਂ, ਅਤੇ ਅਸੀਂ ਇਸ ਬਾਰੇ ਕਾਫੀ ਚਰਚਾ ਕੀਤੀ ਹੈ। ਇਸ ਲਈ ਇੰਪੀਡੈਂਸ ਸਿਰਫ ਉਹ ਰੈਜ਼ਿਸਟੈਂਸ ਹੈ ਜੋ ਮਾਧਿਅਮ ਵੇਵਜ਼ ਦੇ ਮਾਰਗ ਲਈ ਪੇਸ਼ ਕਰਦਾ ਹੈ। ਤਾਂ ਅਸੀਂ ਇਸ ਨੂੰ ਇਸ ਤਰ੍ਹਾਂ ਸਮਝਿਆ, ਅਤੇ ਇਹ ਇਸ ਕੇਸ ਵਿੱਚ ਵੀ ਸੱਚ ਹੈ। ਤਾਂ ਇੱਥੇ ਅਸੀਂ ਪ੍ਰੈਸ਼ਰ ਡਿਸਟਰਬੈਂਸ ਦੀ ਗੱਲ ਕਰ ਰਹੇ ਹਾਂ ਜੋ ਹਵਾ ਦੇ ਮਾਧਿਅਮ ਵਿੱਚੋਂ ਵਹਿ ਰਿਹਾ ਹੈ। ਇਸ ਲਈ ਹਵਾ ਇੱਥੇ ਹੋਣ ਵਾਲੇ ਪਰਿਵਰਤਨਾਂ ਅਤੇ ਪ੍ਰੈਸ਼ਰ ਡਿਸਟਰਬੈਂਸ ਦਾ ਵਿਰੋਧ ਕਰਨ ਜਾ ਰਹੀ ਹੈ। ਇਸ ਲਈ ਇਹ ਅਕੂਸਟਿਕ ਇੰਪੀਡੈਂਸ ਸਿਰਫ ਇਸ ਗੱਲ ਦਾ ਇੱਕ ਮਾਪ ਹੈ ਕਿ ਇਹ ਇਸ ਦਾ ਕਿੰਨਾ ਵਿਰੋਧ ਕਰਦਾ ਹੈ, ਅਤੇ ਸਪੈਸੀਫਿਕ ਅਕੂਸਟਿਕ ਇੰਪੀਡੈਂਸ
केवल अकूस्टिक इंपीडेंस प्रति यूनिट वॉल्यूम है, ਤਾਂ ਇਹ फोर्स पर यूनिट एरिया डिवाइडेड बाय वेलोसिटी है, ਅਤੇ फोर्स पर यूनिट एरिया दरअसल ਪ੍ਰੈਸ਼ਰ ਹੈ। ਇਸ ਲਈ ਮੈਂ ਲਿਖ ਸਕਦਾ ਹਾਂ ਕਿ ਅਕੂਸਟਿਕ ਇੰਪੀਡੈਂਸ Z ਇਕੁਅਲ ਟੂ P ਹੈ, ਜੋ ਕਿ ਹੈ ਪ੍ਰੈਸ਼ਰ, ਐਕਸੈਸ ਪ੍ਰੈਸ਼ਰ ਡਿਵਾਈਡਡ ਬਾय वेलोसिटी। ਆਓ ਇਸ ਸਪੈਸੀਫਿਕ ਅਕੂਸਟਿਕ ਇੰਪੀਡੈਂਸ ਲਈ ਦੁਬਾਰਾ ਇੱਕ ਸਰਲ ਐਕਸਪ੍ਰੈਸ਼ਨ ਪ੍ਰਾਪਤ ਕਰੀਏ ਅਤੇ ਸਟਾਰਟਿੰਗ ਪੁਆਇੰਟ ਵੇਵ ਇਕੁਏਸ਼ਨ ਦਾ ਸੋਲੂਸ਼ਨ ਹੈ। ਅਸੀਂ ਪ੍ਰੈਸ਼ਰ ਡਿਸਟਰਬੈਂਸ ਲਈ ਇਕੁਏਸ਼ਨ ਪ੍ਰਾਪਤ ਕਰਦੇ ਹਾਂ ਜੋ ਵੇਵ ਇਕੁਏਸ਼ਨ ਦੀ ਇੱਕ ਹੋਰ ਫਾਰਮ ਬਣ ਗਈ ਹੈ, ਅਤੇ ਜਿਵੇਂ ਕਿ ਮੈਂ ਕਿਹਾ ਕਿ ਅਸੀਂ ਸੈਲ ਨਿਊਟਨਸ ਨੂੰ ਪਹਿਲਾਂ ਹੀ ਜਾਣਦੇ ਹਾਂ, ਇਸ ਲਈ ਮੈਂ y ਦੇ ਰੂਪ ਵਿੱਚ ਸੋਲੂਸ਼ਨ ਲਿਖ ਸਕਦਾ ਹਾਂ, ਜੋ ਕਿ ਪੋਜੀਸ਼ਨ ਅਤੇ ਟਾਈਮ ਦਾ ਇੱਕ ਫੰਕਸ਼ਨ ਹੈ। ਇਹ ਹੈ y max ਮਲਟੀਪਲਾਈਡ ਬਾय sin kx ਮਾਈਨਸ ਓਮੇਗਾ t। ਤਾਂ ਕੁਝ ਅਰਥਾਂ ਵਿੱਚ ਤੁਸੀਂ ਸਾਨੂੰ y1 ਅਤੇ y2 ਦੀ ਐਵਰੇਜ ਦੇ ਰੂਪ ਵਿੱਚ ਕਿਉਂ ਸੋਚ ਸਕਦੇ ਹੋ? ਤਾਂ ਜੇਕਰ ਤੁਹਾਨੂੰ ਸਾਡਾ ਪਹਿਲਾ ਫਿਗਰ ਯਾਦ ਹੈ ਜੋ ਅਸੀਂ ਲਿਖਿਆ ਸੀ, ਸਾਡੇ ਕੋਲ ਇਹ ਡਿਸਪਲੇਸਮੈਂਟ y1 ਅਤੇ y2 ਹੈ, ਤਾਂ y ਕੁਝ ਅਰਥਾਂ ਵਿੱਚ ਐਵਰੇਜ ਡਿਸਪਲੇਸਮੈਂਟ ਹੈ ਇਸ y1 ਦੀ, ਜੋ ਇੱਕ ਫੇਜ਼ ਦੀ ਡਿਸਪਲੇਸਮੈਂਟ ਹੈ, ਅਤੇ y2 ਦੂਜੇ ਫੇਜ਼ ਦੀ ਡਿਸਪਲੇਸਮੈਂਟ ਹੈ। ਤਾਂ ਇੱਥੇ ਸਾਡਾ ਵੇਰੀਏਬਲ y ਹੈ ਜੋ ਇਹਨਾਂ ਦੋ ਡਿਸਪਲੇਸਮੈਂਟਸ ਦੀ ਐਵਰੇਜ ਹੈ। ਮੇਰੇ ਕੋਲ ਜੋ ਸੋਲੂਸ਼ਨ ਹੈ ਉਹ ਕੇਵਲ ਪੋਜੀਸ਼ਨ ਅਤੇ ਟਾਈਮ ਦੇ ਫੰਕਸ਼ਨ ਦੇ ਰੂਪ ਵਿੱਚ ਪਾਰਸਲ ਦੀ ਐਵਰੇਜ ਡਿਸਪਲੇਸਮੈਂਟ ਹੈ। ਹੁਣ ਜਦੋਂ ਮੇਰੇ ਕੋਲ y ਲਈ ਸੋਲੂਸ਼ਨ ਹੈ, ਬੇਸ਼ੱਕ ਮੈਂ v ਲਈ ਇੱਕ ਸੋਲੂਸ਼ਨ ਵੀ ਲਿਖ ਸਕਦਾ ਹਾਂ। ਇਸ ਕੇਸ ਵਿੱਚ ਇਹ ਸਾਊਂਡ ਦੀ ਵੈਲੋਸਿਟੀ ਨਹੀਂ ਹੈ, ਇਸ ਨੂੰ ਪਾਰਟੀਕਲ ਵੈਲੋਸਿਟੀ ਕਿਹਾ ਜਾਵੇਗਾ। ਤਾਂ ਇਹ ਹੁਣ ਫੇਜ਼ ਵੈਲੋਸਿਟੀ ਨਹੀਂ ਹੈ, ਇਹ v ਜੋ ਕਿ ∂y ਬਾਏ ∂t ਹੋਵੇਗਾ, ਜੋ ਮਾਈਨਸ ਓਮੇਗਾ y max ਮਲਟੀਪਲਾਈਡ ਬਾय cos kx ਮਾਈਨਸ ਓਮੇਗਾ t ਹੈ। ਅਤੇ ਮੇਰੇ ਕੋਲ ਇੱਥੇ ਇਸ ਸਪੈਸੀਫਿਕ ਅਕੂਸਟਿਕ ਇੰਪੀਡੈਂਸ ਵਿੱਚ ਜੋ ਵੈਲੋਸਿਟੀ ਹੈ, ਉਹ ਪਾਰਟੀਕਲ ਵੈਲੋਸਿਟੀ ਹੈ, p ਮਾਈਨਸ ਬਲਕ ਮੋਡਿਊਲਸ ∂y ਬਾਏ ∂x ਹੈ। ਤਾਂ ਇਹ ਮਾਈਨਸ k ਟਾਈਮਸ ਬਾਏ ∂x ਹੋਵੇਗਾ। ਅਸੀਂ ਇੱਥੇ ਇਸ y ਤੋਂ ਸ਼ੁਰੂ ਕਰਕੇ ਕੈਲਕੁਲੇਟ ਕਰਦੇ ਹਾਂ, ਅਤੇ ਜੇਕਰ ਮੈਂ ਅਜਿਹਾ ਕਰਦਾ ਹਾਂ ਤਾਂ ਮੈਨੂੰ ਮਾਈਨਸ k ਟਾਈਮਸ y max ਪ੍ਰਾਪਤ ਹੋਵੇਗਾ। ਇਹ ਕੇਸ ਬੇਸ਼ੱਕ ਵੇਵ ਨੰਬਰ ਟਾਈਮਸ cos kx ਮਾਈਨਸ ਓਮੇਗਾ t। ਮੇਰੇ ਕੋਲ p ਦੇ ਲਈ ਵੀ ਐਕਸਪ੍ਰੈਸ਼ਨ ਹੈ, ਤਾਂ ਹੁਣ ਅਸੀਂ ਸਿੱਧੇ p ਬਾਏ v ਦੇ ਰੂਪ ਵਿੱਚ ਸਪੈਸੀਫਿਕ ਅਕੂਸਟਿਕ ਇੰਪੀਡੈਂਸ ਲਿਖ ਸਕਦੇ ਹਾਂ, ਜੋ ਕਿ ਬੇਸ਼ੱਕ ਇਹ cos ਫੰਕਸ਼ਨ ਇੱਥੇ ਅਤੇ ਇੱਥੇ ਕੈਂਸਲ ਹੋ ਜਾਵੇਗਾ, ਅਤੇ y max ਕੈਂਸਲ ਹੋ ਜਾਵੇਗਾ, ਤਾਂ ਮੇਰੇ ਕੋਲ ਰਹਿ ਜਾਵੇਗਾ ਕੈਪੀਟਲ K ਟਾਈਮਸ ਸਮਾਲ k ਡਿਵਾਈਡਡ ਬਾਏ ਓਮੇਗਾ। ਆਓ ਇਹਨਾਂ ਦੋਨੋਂ ਰਿਲੇਸ਼ਨਸ ਦੀ ਵਰਤੋਂ ਕਰੀਏ ਅਤੇ ਜੋ ਅਸੀਂ ਪ੍ਰਾਪਤ ਕੀਤਾ ਹੈ, ਅਸੀਂ ਇਹ ਕਿਹਾ ਕਿ ਇਸ ਕੈਪੀਟਲ K ਡਿਵਾਈਡਡ ਬਾਏ ਸਮਾਲ k ਡਿਵਾਈਡਡ ਬਾਏ ਓਮੇਗਾ, ਤਾਂ ਮੈਨੂੰ ਰੋ ਟਾਈਮਸ ਫੇਜ਼ ਵੈਲੋਸਿਟੀ ਮਿਲੇਗੀ। ਮੇਰੇ ਕੋਲ ਫਾਈਨਲ ਐਕਸਪ੍ਰੈਸ਼ਨ ਹੈ ਜੋ ਕਿ ਅਸਲ ਵਿੱਚ ਸਿੰਪਲ ਡੈਂਸਿਟੀ ਮਲਟੀਪਲਾਈਡ ਬਾਏ ਫੇਜ਼ ਵੈਲੋਸਿਟੀ ਹੈ। ਇਹਨਾਂ ਅੰਤਰਾਂ ਦੇ ਬਾਵਜੂਦ ਤੁਸੀਂ ਦੇਖ ਸਕਦੇ ਹੋ ਕਿ ਇੰਪੀਡੈਂਸ ਲਈ ਐਕਸਪ੍ਰੈਸ਼ਨ ਸਿਮਿਲਰ ਦਿਖਾਈ ਦਿੰਦਾ ਹੈ, ਇਹ ਡੈਂਸਿਟੀ ਮਲਟੀਪਲਾਈਡ ਟੂ ਫੇਜ਼ ਵੈਲੋਸਿਟੀ। ਟਰਾਂਸਵਰਸ ਵੇਵਜ਼ ਦੇ ਕੇਸ ਵਿੱਚ ਇਸੇ ਤਰ੍ਹਾਂ ਇੱਕ ਸਿੰਗਲ ਡੈਂਸਿਟੀ ਤੇ ਫੇਜ਼ ਵੈਲੋਸਿਟੀ ਨਾਲ ਮਲਟੀਪਲਾਈ ਹੁੰਦਾ ਹੈ। ਸਪਸ਼ਟ ਤੌਰ ਤੇ ਇਹ ਸਮਾਨਤਾਵਾਂ ਹਨ, ਭਾਵੇਂ ਕਿ ਹੁਣ ਤੁਸੀਂ ਲੌਂਗੀਟਿਊਡਨਲ ਵੇਵਜ਼ ਨੂੰ ਦੇਖ ਰਹੇ ਹੋ, ਉੱਥੇ ਬਹੁਤ ਸਾਰੀਆਂ ਚੀਜ਼ਾਂ ਹਨ ਜੋ ਉਸ ਤਰ੍ਹਾਂ ਦੇ ਫਿਨੋਮੇਨਾ ਦੇ ਸਮਾਨ ਹਨ ਜੋ ਅਸੀਂ ਟਰਾਂਸਵਰਸ ਵੇਵਜ਼ ਨਾਲ ਦੇਖਿਆ ਹੈ। ਸਪੈਸੀਫਿਕ ਅਕੂਸਟਿਕ ਇੰਪੀਡੈਂਸ ਨੂੰ ਦੇਖਣਾ ਇੱਕ ਫਾਈਨਲ ਪੀ ਸੀ ਜੋ ਸਾਨੂੰ ਜਾਣਨ ਦੀ ਜ਼ਰੂਰਤ ਹੈ।
ਸਪੈਸੀਫਿਕ ਅਕੂਸਟਿਕ ਇੰਪੀਡੈਂਸ ਦੀਆਂ ਯੂਨਿਟਸ ਕੀ ਹਨ? ਅਤੇ ਮੈਂ ਆਪਣਾ ਸਟੈਂਡਰਡ ਫਾਰਮੂਲਾ ਲਿਖਿਆ ਹੈ ਜੋ ਰੋ ਟਾਈਮਸ ਫੇਜ਼ ਵੈਲੋਸਿਟੀ ਹੈ। ਅਸੀਂ ਆਸਾਨੀ ਨਾਲ ਇਸ ਕੇਸ ਵਿੱਚ ਯੂਨਿਟਸ ਨਾਲ ਕੰਮ ਕਰ ਸਕਦੇ ਹਾਂ। ਰੋ ਡੈਂਸਿਟੀ ਹੈ ਤਾਂ ਇਸ ਵਿੱਚ ਹੈ ਮੈਸ ਦੀਆਂ ਯੂਨਿਟਸ ਪ੍ਰਤੀ ਯੂਨਿਟ ਵੋਲਿਊਮ ਮਲਟੀਪਲਾਈ ਟੂ ਵੈਲੋਸਿਟੀ ਜਿਸ ਦੀਆਂ ਯੂਨਿਟਸ ਆਫ ਲੈਂਥ ਡਿਵਾਈਡਡ ਬਾਏ ਟਾਈਮ ਹੋਣਗੀਆਂ। ਆਮ ਤੌਰ ਤੇ ਸਪੈਸੀਫਿਕ ਅਕੂਸਟਿਕ ਇੰਪੀਡੈਂਸ ਵਿੱਚ ਯੂਨਿਟਸ ਆਫ ਫਰਮ kg ਪਰ ਮੀਟਰ ਸਕੁਏਅਰ ਪਰ ਸੈਕਿੰਡ ਹੁੰਦੀਆਂ ਹਨ। ਇਸ ਲਈ ਆਮ ਤੌਰ ਤੇ ਜਦੋਂ ਵੀ ਤੁਸੀਂ SI ਯੂਨਿਟਾਂ ਵਿੱਚ ਸਪੈਸੀਫਿਕ ਅਕੂਸਟਿਕ ਇੰਪੀਡੈਂਸ ਲਈ ਕੋਟਡ ਨੰਬਰ ਦੇਖਦੇ ਹੋ ਤਾਂ ਇਹ ਇਹਨਾਂ ਯੂਨਿਟਾਂ ਵਿੱਚ ਹੁੰਦਾ ਹੈ। ਉਦਾਹਰਨ ਲਈ ਸਪੈਸੀਫਿਕ ਅਕੂਸਟਿਕ ਇੰਪੀਡੈਂਸ ਹਵਾ ਲਈ ਇਹਨਾਂ ਯੂਨਿਟਾਂ ਵਿੱਚ ਲਗਭਗ 400 ਕਿਲੋਗ੍ਰਾਮ ਪ੍ਰਤੀ ਮੀਟਰ ਵਰਗ ਪ੍ਰਤੀ ਸੈਕਿੰਡ ਹੈ ਅਤੇ ਵਾਟਰ ਸਪੈਸੀਫਿਕ ਅਕੂਸਟਿਕ ਇੰਪੀਡੈਂਸ ਦੇ ਕੇਸ ਲਈ ਟਰਮ ਲਗਭਗ 1.45 × 10⁶ ਅਤੇ ਇਹ ਦੁਬਾਰਾ kg ਪ੍ਰਤੀ ਮੀਟਰ ਸਕੁਏਅਰ ਪ੍ਰਤੀ ਸੈਕਿੰਡ ਹੈ। ਅਤੇ ਸਿਰਫ ਤੁਲਨਾ ਲਈ ਜੇਕਰ ਤੁਸੀਂ ਸਟੀਲ ਵਰਗੇ ਹਾਰਡ ਮਟੀਰੀਅਲ ਦੇ ਕੇਸ ਨੂੰ ਦੇਖਦੇ ਹੋ ਸਪੈਸੀਫਿਕ ਅਕੂਸਟਿਕ ਇੰਪੀਡੈਂਸ 3.9 × 10⁻7 ਦੇ ਕ੍ਰਮ ਦਾ ਹੁੰਦਾ ਹੈ। ਸਮਾਨ ਯੂਨਿਟਸ ਜੋ ਸਾਨੂੰ ਇਹ ਵਿਚਾਰ ਮਿਲਦਾ ਹੈ ਕਿ ਵੱਖ-ਵੱਖ ਮਟੀਰੀਅਲ ਕਿਸ ਸੀਮਾ ਤੱਕ ਉਹਨਾਂ ਦੁਆਰਾ ਵੇਵਜ਼ ਦੇ ਪ੍ਰਵਾਹ ਦਾ ਵਿਰੋਧ ਕਰਦੇ ਹਨ।